ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ ਭਾਗ ਦੂਜਾ। ਜਵਾਨੀ ਅਤੇ ਪਿਆਰ ਵਿੱਚ ਸੁੰਦਰਤਾ ਘੱਟ ਅਤੇ ਸੁੰਦਰਤਾ ਦਾ ਸੱਜਰਾਪਣ ਵਧੇਰੇ ਪ੍ਰਭਾਵਿਤ ਕਰਦਾ ਹੈ। ਸੰਭੋਗ ਦੀ ਸ਼ਰਮ ਨੂੰ ਵਿਆਹ ਦਾ ਰਿਸ਼ਤਾ ਢੱਕ ਲੈਂਦਾ ਹੈ। ਵਿਆਹ ਦੀਆਂ ਧਾਰਮਿਕ ਰਸਮਾਂ ਕਾਰਨ ਸੰਭੋਗ ਪਵਿੱਤਰ ਕਾਰਜ ਬਣ ਜਾਂਦਾ ਹੈ। ਪੁਰਾਣੇ ਮੇਲਿਆਂ ਦੀ ਥਾਂ ਆਧੁਨਿਕ ਮਾਲਾ ਨੇ ਲੈ ਲਈ ਹੈ। ਪਿਆਰ ਕਾਇਆ ਕਲਪ ਕਰਨ ਵਾਲਾ ਅਨੁਭਵ ਹੁੰਦਾ ਹੈ। ਇਹ ਸਿਆਣਿਆਂ ਤੋਂ ਸਿਆਣਪ ਖੋਹ ਲੈਂਦਾ ਹੈ, ਪਰ ਮੂਰਖਾਂ ਨੂੰ ਸਿਆਣੇ ਨਹੀਂ ਬਣਾਉਂਦਾ। ਜਦੋਂ ਕਿਸੇ ਵਰਤਾਰੇ ਦਾ ਕਰਤਾ ਪਰਮਾਤਮਾ ਦੱਸਿਆ ਜਾਂਦਾ ਹੈ ਤਾਂ ਇਹ ਸਥਾਪਿਤ ਕੀਤਾ ਜਾਂਦਾ ਹੈ ਕਿ ਇਸ ਵਰਤਾਰੇ ਨੂੰ ਹੋਰ ਘੋਖਣ ਦੀ ਲੋੜ ਨਹੀਂ। ਮੱਠਾਂ ਅਤੇ ਡੇਰਿਆਂ ਵਿੱਚ ਰਹਿਣ ਵਾਲੇ ਵੀ ਆਪਸ ਵਿੱਚ ਸਾੜਾ ਅਤੇ ਈਰਖਾ ਹੀ ਨਹੀਂ ਕਰਦੇ। ਚਾਲਾਂ ਚੱਲਦੇ ਹਨ, ਸਾਜ਼ਿਸ਼ਾਂ ਘੜਦੇ ਹਨ। ਖੇਤਰ ਕੋਈ ਹੋਵੇ, ਉਸ ਦੇ ਮੁੱਢ ਵਿੱਚ ਸਿਖਲਾਈ ਜਾਂ ਅਭਿਆਸ ਜ਼ਰੂਰੀ ਹੁੰਦਾ ਹੈ। ਅਭਿਆਸ ਵਿੱਚ ਸਬਰ ਅਤੇ ਉਡੀਕ ਲਾਜ਼ਮੀ ਪੱਖ ਹੁੰਦੇ ਹਨ। ਜੇ ਪਤੀ ਨੇ ਖਾਣਾ ਨਾ ਖਾਣਾ ਹੋਵੇ ਤਾਂ ਇਸਤਰੀਆਂ ਆਪਣੇ ਲਈ ਅਕਸਰ ਕੁਝ ਰਿੰਨ੍ਹਦੀਆਂ ਪਕਾਉਂਦੀਆਂ ਨਹੀਂ, ਕਿਉਂਕਿ ਉਹ ਆਪਣੇ ਆਪ ਨੂੰ ਅਕਸਰ ਮਹੱਤਵਪੂਰਨ ਨਹੀਂ ਸਮਝਦੀਆਂ। ਯੂਰਪ ਵਿੱਚ ਵਿਆਹ ਵੇਲੇ ਦਾਜ ਤਾਂ ਨਹੀਂ ਲਿਆ ਜਾਂਦਾ, ਪਰ ਵਿਆਹ ਅਕਸਰ ਉਸ ਲੜਕੀ ਨਾਲ ਕਰਵਾਉਣ ਦਾ ਯਤਨ ਕੀਤਾ ਜਾਂਦਾ ਹੈ ਜਿਸ ਦੀ ਆਮਦਨ ਵਾਲੀ ਜਾਇਦਾਦ ਹੋਵੇ। ਕਈ ਵਾਰੀ ਲੜਕੀ ਦੀ ਇਹੀ ਯੋਗਤਾ ਹੁੰਦੀ ਹੈ ਕਿ ਉਸ ਕੋਲ ਜਾਇਦਾਦ ਹੁੰਦੀ ਹੈ। ਜਿਹੜੇ ਗਣਿਤ ਤੋਂ ਡਰਦੇ ਹਨ, ਉਹਨਾਂ ਦੇ ਗਣਿਤ ਦੇ ਅਧਿਆਪਕ ਅਕਸਰ ਸਖਤ ਸੁਭਾਅ ਵਾਲੇ ਹੋਣ ਕਾਰਨ ਡਰਨ ਵਾਲਿਆਂ ਦਾ ਡਰ ਦੁੱਗਣਾ ਤਿੱਗਣਾ ਹੋ ਜਾਂਦਾ ਹੈ। ਜੇ ਅਧਿਆਪਕ ਵਿੱਚ ਹਮਦਰਦੀ, ਪਿਆਰ ਅਤੇ ਮਮਤਾ ਹੋਵੇ ਤਾਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਤੇਜ਼ੀ ਨਾਲ ਸੁਧਰਦੀ ਹੈ। ਪਿਆਰ ਇੱਕ ਅਜਿਹਾ ਅਨੁਭਵ ਹੁੰਦਾ ਹੈ ਜਿਹੜਾ ਹਰ ਕਿਸੇ ਨੂੰ ਸੋਹਣੇ ਅਤੇ ਤੰਦਰੁਸਤ ਹੋਣ ਦਾ ਅਹਿਸਾਸ ਦਿੰਦਾ ਹੈ। ਬ੍ਰਹਿਮੰਡ ਦਾ ਸਭ ਕੁਝ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ। ਸਾਰੇ ਤਾਰੇ, ਗ੍ਰਹਿ ਇੱਕ ਦੂਜੇ ਨਾਲ ਬੱਝੇ ਹੋਏ ਹਨ। ਇਸੇ ਤਰ੍ਹਾਂ ਮਨੁੱਖੀ ਨਸਲ ਦੇ ਸਾਰੇ ਅਨੁਭਵ ਅੰਤਰ ਸੰਬੰਧਿਤ ਅਤੇ ਅਨਿੱਖੜਵੇਂ ਹਨ। ਘਰਾਂ ਵਿੱਚ ਚੀਜ਼ਾਂ ਬੰਦਿਆਂ ਨਾਲੋਂ ਸੋਹਣੀਆਂ ਹੁੰਦੀਆਂ ਜਾ ਰਹੀਆਂ ਹਨ। ਕਈ ਕੋਝੇ ਹੁੰਦੇ ਹਨ, ਪਰ ਜੇ ਦੱਸਣਾ ਪਏ ਕਿ ਕਿਸ ਕਾਰਨ ਕੋਝੇ ਹਨ, ਅਸੀਂ ਦੱਸ ਨਹੀਂ ਸਕਦੇ, ਕਿਉਂਕਿ ਅਨੇਕਾਂ ਪੱਖ ਰਲ ਕੇ ਕਿਸੇ ਨੂੰ ਕੋਝਾ ਬਣਾਉਂਦੇ ਹਨ। ਰੋਅਬ ਵਾਲਾ ਗਲਤ ਢੰਗ, ਮੈਂ ਤੈਨੂੰ ਆਪਣੀ ਪਤਨੀ ਬਣਾਉਣਾ ਹੈ। ਇਸਤਰੀ ਨੂੰ ਪਸੰਦ ਆਉਣ ਵਾਲਾ ਢੰਗ, ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਪਤਨੀ ਬਣਨਾ ਸਵੀਕਾਰ ਕਰੋ। ਜਿਨ੍ਹਾਂ ਨੂੰ ਧੋਖਾ ਦੇਣ ਦੀ ਆਦਤ ਹੁੰਦੀ ਹੈ, ਉਹ ਉਹਨਾਂ ਨੂੰ ਵੀ ਧੋਖਾ ਦਿੰਦੇ ਹਨ ਜਿਨ੍ਹਾਂ ਨਾਲ ਉਹ ਸੁਹਿਰਦ ਹੋਣਾ ਚਾਹੁੰਦੇ ਹਨ। ਜਦੋਂ ਆਪਣੀ ਸੱਸ ਤੋਂ ਪਰੇਸ਼ਾਨ ਕੋਈ ਪਤਨੀ ਪਤੀ ਨੂੰ ਧਮਕੀ ਦਿੰਦੀ ਹੈ ਕਿ ਇਸ ਘਰ ਵਿੱਚ ਜਾਂ ਮੈਂ ਰਹਾਂਗੀ ਜਾਂ ਤੇਰੀ ਮਾਂ, ਤਾਂ ਉਸ ਨੂੰ ਅੰਦਰ ਖਾਤੇ ਪਤਾ ਹੁੰਦਾ ਹੈ ਕਿ ਮੈਂ ਨਹੀਂ, ਤੇਰੀ ਮਾਂ ਹੀ ਰਹੇਗੀ। ਅਕੇਵਾਂ ਕੰਮ ਵਿੱਚ ਨਹੀਂ ਹੁੰਦਾ, ਕੰਮ ਕਰਨ ਵਾਲੇ ਵਿਅਕਤੀ ਵਿੱਚ ਹੁੰਦਾ ਹੈ। ਇੱਕ ਕੰਮ ਅਸੀਂ ਉਪਜੀਵਿਕਾ ਲਈ ਕਰਦੇ ਹਾਂ, ਇੱਕ ਕੰਮ ਜ਼ਿੰਦਗੀ ਦੀ ਤਸੱਲੀ ਵਾਸਤੇ ਕੀਤਾ ਜਾਂਦਾ ਹੈ। ਜ਼ਿੰਦਗੀ ਵਿੱਚ ਸੰਤੁਲਨ ਇਹਨਾਂ ਦੋਹਾਂ ਨਾਲ ਆਉਂਦਾ ਹੈ। ਕੋਈ ਕੰਮ ਹੋਵੇ, ਉਸ ਵਿੱਚ ਮੁਸ਼ਕਿਲਾਂ ਉਪਜਣਗੀਆਂ। ਮੁਸ਼ਕਿਲਾਂ ਕਾਰਨ ਹੀ ਉਸ ਨੂੰ ਕੰਮ ਕਿਹਾ ਜਾਂਦਾ ਹੈ। ਜੀਵਨ ਵਿੱਚ ਸਿੱਧੀ ਰੇਖਾ ਵਿੱਚ ਕੁਝ ਨਹੀਂ ਵਾਪਰਦਾ। ECG ਵਿੱਚ ਸਿੱਧੀ ਰੇਖਾ ਦੱਸਦੀ ਹੈ ਕਿ ਵਿਅਕਤੀ ਜੀਵਤ ਨਹੀਂ ਹੈ। ਗਲਤ ਰੁਜ਼ਗਾਰ ਚੁਣੋਗੇ, ਸਵੈ ਵਿਸ਼ਵਾਸ ਘਟੇਗਾ। ਮਾਪਿਆਂ ਦੀਆਂ ਸੰਤਾਨ ਤੋਂ ਆਸਾਂ ਉਮੀਦਾਂ ਕੁਝ ਹੋਰ ਹੁੰਦੀਆਂ ਹਨ। ਬੱਚਿਆਂ ਦੀ ਮਰਜ਼ੀ ਕੁਝ ਹੋਰ ਹੁੰਦੀ ਹੈ। ਲਗਭਗ 15 ਸਾਲ ਦੀ ਉਮਰ ਵਿੱਚ ਬੱਚੇ ਆਪਣਾ ਰਾਹ ਆਪ ਉਲੀਕਣ ਲੱਗ ਪੈਂਦੇ ਹਨ। ਇਸੇ ਉਮਰ ਵਿੱਚ ਮਾਪਿਆਂ ਅਤੇ ਬੱਚਿਆਂ ਵਿਚਕਾਰ ਤਕਰਾਰ ਉਪਜਦਾ ਹੈ। ਆਲੋਚਨਾ ਨੂੰ ਬਰਦਾਸ਼ਤ ਕਰਨ ਦਾ ਹਰ ਕਿਸੇ ਦਾ ਢੰਗ ਵੱਖਰਾ ਹੁੰਦਾ ਹੈ। ਜੀਵਨ ਦੀਆਂ ਲੋੜਾਂ ਪੂਰੀਆਂ ਹੋਣ ਦੇ ਬਾਵਜੂਦ ਅਕੇਵੇਂ ਦਾ ਅਹਿਸਾਸ ਹੋਵੇਗਾ, ਕਿਉਂਕਿ ਲੋੜਾਂ ਹੀ ਪੂਰੀਆਂ ਹੋਈਆਂ ਹਨ, ਇੱਛਾਵਾਂ ਅਧੂਰੀਆਂ ਪਈਆਂ ਹਨ। ਖੇਡਾਂ ਵਿੱਚ ਉੱਚੀਆਂ ਪ੍ਰਾਪਤੀਆਂ ਵਾਲੇ ਖਿਡਾਰੀ ਲਗਭਗ 35 ਸਾਲ ਦੀ ਉਮਰ ਤੱਕ ਹੀ ਖੇਡਦੇ ਹਨ। ਉਹਨਾਂ ਵਾਸਤੇ ਬਾਕੀ ਜੀਵਨ ਨੂੰ ਅਰਥਪੂਰਨ ਢੰਗ ਨਾਲ ਜਿਉਣ ਦੀ ਗੰਭੀਰ ਸਮੱਸਿਆ ਉਪਜਦੀ ਹੈ।
ਅਜੋਕੇ ਸੰਸਾਰ ਵਿੱਚ ਇਕਾਗਰਤਾ ਮੁੱਕਦੀ ਜਾ ਰਹੀ ਹੈ ਅਤੇ ਧਿਆਨ ਖਿੰਡਾਉਣ ਵਾਲੇ ਯੰਤਰ ਵੱਧ ਰਹੇ ਹਨ, ਜਿਸ ਕਾਰਨ ਸਮੁੱਚੀ ਕਾਰਗੁਜ਼ਾਰੀ ਦਾ ਪੱਧਰ ਨੀਵਾਂ ਹੋ ਰਿਹਾ ਹੈ, ਕਿਉਂਕਿ ਤਨ ਅਤੇ ਮਨ ਨੂੰ ਵਿਗਾੜਨ ਵਾਲੀਆਂ ਆਦਤਾਂ ਅਤੇ ਖੁਰਾਕਾਂ ਸ਼ਕਤੀਸ਼ਾਲੀ ਹੋ ਰਹੀਆਂ ਹਨ। ਸੰਸਾਰ ਵਿੱਚ ਕੋਈ ਵੀ ਅਜਿਹਾ ਨਹੀਂ ਜਿਹੜਾ ਸਾਨੂੰ ਹਰ ਪੜਾਅ 'ਤੇ ਸਹੀ ਰਸਤੇ ਪਾ ਸਕੇ। ਹਰ ਕਿਸੇ ਨੂੰ ਆਪਣੀ ਜੱਦੋ-ਜਹਿਦ ਆਪ ਕਰਨੀ ਪੈਂਦੀ ਹੈ। ਕਈਆਂ ਦੀ ਕੰਮ ਬਾਰੇ ਸੋਚ ਬੜੀ ਤਿੱਖੀ ਹੁੰਦੀ ਹੈ। ਤਿੱਖੀ ਸੋਚ ਮੁਸ਼ਕਿਲ ਸਥਿਤੀਆਂ ਨੂੰ ਹੱਲ ਕਰਨ ਨਾਲ ਉਪਜਦੀ ਹੈ। ਉਪਜੀ ਹੋਈ ਤਿੱਖੀ ਸੋਚ ਨਵੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਹਾਈ ਹੁੰਦੀ ਹੈ। ਗਰੀਬ ਦੇਸ਼ਾਂ ਦੇ ਲੋਕਾਂ ਦਾ ਢੇਰ ਸਮਾਂ ਉਡੀਕਾਂ ਵਿੱਚ ਲੰਘ ਜਾਂਦਾ ਹੈ। ਇਹਨਾਂ ਦੀ ਕਾਰਗੁਜ਼ਾਰੀ ਦੇ ਨੀਵੇਂ ਹੋਣ ਦਾ ਇੱਕ ਕਾਰਨ ਇਹ ਹੁੰਦਾ ਹੈ ਕਿ ਇਹ ਹਰ ਵੇਲੇ ਕਿਸੇ ਨਾ ਕਿਸੇ ਉਡੀਕ ਵਿੱਚ ਹੁੰਦੇ ਹਨ। ਅਸੀਂ ਆਪਣੀ ਆਲੋਚਨਾ ਕਰਨ ਦੀ ਥਾਂ ਆਪਣੇ ਆਪ ਨਾਲ ਰਿਆਇਤਾਂ ਕਰਦੇ ਰਹਿੰਦੇ ਹਾਂ। ਆਪਣੇ ਕਮਜ਼ੋਰ ਪੱਖ ਪਛਾਣੋ, ਅਭਿਆਸ ਕਰੋ, ਆਪਣੇ ਆਪ ਨਾਲ ਸਖਤੀ ਕਰੋ, ਪਾਰ ਲੰਘ ਜਾਵੋਗੇ। ਹਰੇਕ ਕੰਮ ਦੀ ਵਾਜਿਬ ਸਮਾਂ ਸੀਮਾ ਨਿਰਧਾਰਤ ਕਰਨ ਨਾਲ ਸਾਡੀ ਕਾਰਗੁਜ਼ਾਰੀ ਸੁਧਰਦੀ ਹੈ ਅਤੇ ਪੱਧਰ ਹੋਰਾਂ ਨਾਲੋਂ ਉਚੇਰੀ ਹੁੰਦੀ ਹੈ। ਬਾਰ-ਬਾਰ ਕਹਿਣ ਨਾਲ ਕਿ ਔਰਤ ਉਹ ਸਭ ਕੁਝ ਕਰ ਸਕਦੀ ਹੈ, ਕਰ ਰਹੀ ਹੈ ਜੋ ਪੁਰਸ਼ ਕਰ ਸਕਦਾ ਹੈ। ਔਰਤ ਦੀ ਵਿਲੱਖਣਤਾ ਮੁੱਕਦੀ ਜਾ ਰਹੀ ਹੈ। ਔਰਤਾਂ ਪੁਰਸ਼ਾਂ ਵਾਲੇ ਸਾਰੇ ਕੰਮ ਕਰਨ ਲਈ ਨਹੀਂ ਬਣੀਆਂ, ਉਹ ਕੰਮ ਕਰਨ ਲਈ ਬਣੀਆਂ ਹਨ ਜੋ ਪੁਰਸ਼ ਨਹੀਂ ਕਰ ਸਕਦੇ। ਪ੍ਰਸ਼ੰਸਾ ਉਹਨਾਂ ਦੀ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਗੁਣ ਲੱਛਣ ਅਸੀਂ ਧਾਰਨ ਕਰਨੇ ਚਾਹੁੰਦੇ ਹਾਂ, ਜਿਨ੍ਹਾਂ ਦੀ ਸੋਚ ਅਤੇ ਕਾਰਜ ਵਿਧੀ ਅਪਣਾਉਣੀ ਚਾਹੁੰਦੇ ਹਾਂ। ਜਦੋਂ ਵਿਦਿਆਰਥੀਆਂ ਦਾ ਅਧਿਆਪਕਾਂ ਨਾਲ ਰਿਸ਼ਤਾ ਡੂੰਘਾ ਹੋ ਕੇ ਪਿਤਾ ਪੁੱਤਰ, ਗੁਰੂ ਸ਼ਿਸ਼ਯ ਵਾਲਾ ਰਿਸ਼ਤਾ ਬਣ ਜਾਂਦਾ ਹੈ ਤਾਂ ਅਧਿਆਪਕ ਵਿਦਿਆਰਥੀਆਂ ਨੂੰ ਕਈ ਉਹ ਗੁਰ ਦੱਸਦੇ ਹਨ ਜਿਨ੍ਹਾਂ ਨਾਲ ਵਿਦਿਆਰਥੀ ਮਾਹਿਰ ਬਣ ਜਾਂਦੇ ਹਨ। ਵਿਗਿਆਨ ਦਾ ਉਦੇਸ਼ ਗਿਆਨ ਦੀ ਇਕੱਤਰ ਕਰਨਾ ਨਹੀਂ, ਸਮੱਸਿਆਵਾਂ ਦੇ ਹੱਲ ਲੱਭਣਾ ਹੈ। ਇਹ ਵਖਰੇਵਾਂ ਵਿਗਿਆਨ ਦੀ ਚੜ੍ਹਤ ਦਾ ਕਾਰਨ ਬਣਿਆ ਹੈ। ਬੱਚਿਆਂ ਨਾਲ ਮਾਪਿਆਂ ਦਾ ਜੀਵਨ ਪੱਧਰ ਉੱਚਾ ਹੋ ਜਾਂਦਾ ਹੈ। ਬੱਚੇ ਮਾਪਿਆਂ ਨੂੰ ਨਵੀਆਂ ਚੀਜ਼ਾਂ ਖਰੀਦਣ, ਕਮਾਈ ਵਧਾਉਣ, ਘਰੇਲੂ ਸਹੂਲਤਾਂ ਉਪਜਾਉਣ ਦਾ ਉਤਸ਼ਾਹ ਦਿੰਦੇ ਹਨ। ਬੱਚੇ ਬਹਾਨਾ ਹੁੰਦੇ ਹਨ, ਘਰ ਦੇ ਸਭ ਕੁਝ ਮਾਪੇ ਹਨ। ਵੱਡੇ ਅਤੇ ਚੰਗੇ ਉਸਤਾਦ ਆਪਣੇ ਸ਼ਾਗਿਰਦਾਂ ਨੂੰ ਨਵੇਂ ਪ੍ਰਯੋਗ ਕਰਨ ਦੀ ਪ੍ਰੇਰਨਾ ਦਿੰਦੇ ਹਨ। ਇਵੇਂ ਹੀ ਚੰਗੇ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਨਵੇਂ ਸੰਕਲਪ ਉਸਾਰਨ ਦਾ ਉਤਸ਼ਾਹ ਦਿੰਦੇ ਹਨ। ਕੰਮ ਕਰਨ ਦਾ ਸਹੀ ਢੰਗ ਅਭਿਆਸ ਕਰਨ ਦੌਰਾਨ ਲੱਭਦਾ ਹੈ। ਜੇ ਜ਼ਿੰਦਗੀ ਵਿੱਚ ਮਿਲਣ ਵਾਲੀ ਪਹਿਲੀ ਹੀ ਲੜਕੀ ਜਾਂ ਪਹਿਲੇ ਹੀ ਲੜਕੇ ਨਾਲ ਵਿਆਹ ਕਰਨ ਦੀ ਜਿੱਦ ਕਰੋਗੇ, ਪਛਤਾਓਗੇ। ਲੰਮੇ ਚੌੜੇ ਅਨੁਭਵ ਉਪਰੰਤ ਫੈਸਲਾ ਕਰੋ, ਬਲਵਾਨ ਹੋ ਕੇ ਕਦਮ ਚੁੱਕੋ, ਆਪਣੇ ਨਿਰਣੇ ਦੇ ਸਿੱਟੇ ਭੁਗਤਣ ਲਈ ਤਿਆਰ ਹੋ ਕੇ ਫੈਸਲਾ ਕਰੋ। ਰਲ ਕੇ ਗਾਉਣ ਨਾਲ ਪ੍ਰਸੰਨਤਾ, ਸ਼ਕਤੀ ਅਤੇ ਸ਼ਾਂਤੀ ਤਿੰਨੇ ਮਿਲਣਗੇ। ਮਨ ਤੋਂ ਬੋਝ ਉਤਰੇਗਾ, ਏਕਤਾ ਵਧੇਗੀ, ਸਾਂਝ ਉਸਰੇਗੀ। ਸਕੂਲ ਵਿੱਚ ਸਵੇਰ ਦੀ ਪ੍ਰਾਰਥਨਾ ਦਾ ਇਹੀ ਉਦੇਸ਼ ਹੁੰਦਾ ਹੈ। ਪੱਖਪਾਤ ਸਾਡੀਆਂ ਆਪਣੀਆਂ ਘਾਟਾਂ ਅਤੇ ਕਮਜ਼ੋਰੀਆਂ ਵਿੱਚੋਂ ਉਪਜਦੇ ਹਨ। ਖੇਡਾਂ ਅਤੇ ਕਲਾਵਾਂ ਵਿੱਚ ਆਪਣੇ ਉਸਤਾਦ ਦੇ ਸੰਪਰਕ ਵਿੱਚ ਰਹੋ। ਉਸਤਾਦ ਦੇ ਦੋ ਕਾਰਜ ਹੁੰਦੇ ਹਨ, ਉਤਸ਼ਾਹ ਦੇਣਾ ਅਤੇ ਗਲਤੀਆਂ ਸੁਧਾਰਨਾ। ਨੀਵੀਆਂ ਲੜਾਈਆਂ ਨਾਲ ਅਸੀਂ ਆਪਣੇ ਸਧਾਰਨ ਅਤੇ ਨਿਗੂਣੇ ਵਿਰੋਧੀਆਂ ਨੂੰ ਮਹੱਤਵਪੂਰਨ ਬਣਾ ਦਿੰਦੇ ਹਾਂ। ਨਵੇਂ ਅਨੁਭਵ ਪ੍ਰਾਪਤ ਕਰਨ ਲਈ ਅਸੀਂ ਯਾਤਰਾ 'ਤੇ ਜਾਂਦੇ ਹਾਂ। ਉਦੇਸ਼ ਆਪਣੇ ਵਰਗਿਆਂ ਤੋਂ ਵੱਖਰੇ ਲੋਕਾਂ ਨੂੰ ਮਿਲਣਾ, ਵੇਖਣਾ, ਸੁਣਨਾ ਹੁੰਦਾ ਹੈ। ਖੁਸ਼ੀ ਦੇ ਪਲ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਸਾਡੀ ਕੋਈ ਇੱਛਾ ਨਹੀਂ ਹੁੰਦੀ। ਕਾਨੂੰਨ ਦਾ ਸੰਬੰਧ ਮਨੁੱਖ ਦੇ ਕਾਰਜਾਂ ਨਾਲ ਹੁੰਦਾ ਹੈ। ਧਰਮ ਦਾ ਸੰਬੰਧ ਮਨੁੱਖ ਦੀ ਨੀਅਤ ਅਤੇ ਨੈਤਿਕਤਾ ਨਾਲ ਹੁੰਦਾ ਹੈ। ਯੋਗਤਾ ਸੰਘਣੀ ਹੈ ਕਿ ਗਰੀਬੀ ਗਹਿਰੀ ਹੈ। ਕਈ ਵਾਰੀ ਗਰੀਬੀ ਇਤਨੀ ਗਹਿਰੀ ਹੁੰਦੀ ਹੈ ਕਿ ਇਹ ਯੋਗਤਾ ਨੂੰ ਚਮਕਣ ਹੀ ਨਹੀਂ ਦਿੰਦੀ। ਚਲਾਕ ਬੰਦੇ ਦਾ ਧਿਆਨ ਇਸ ਗੱਲ 'ਤੇ ਨਹੀਂ ਹੁੰਦਾ ਕਿ ਉਹ ਕੀ ਕਰ ਰਿਹਾ ਹੈ, ਇਸ ਗੱਲ 'ਤੇ ਹੁੰਦਾ ਹੈ ਕਿ ਸੁਣਨ ਵਾਲੇ 'ਤੇ ਅਸਰ ਕੀ ਪੈ ਰਿਹਾ ਹੈ। ਸੋਚ ਕੇ ਦੱਸਣਾ, ਤੁਸੀਂ ਪਈ ਹੋਈ ਗੰਢ ਖੋਲ੍ਹਣੀ ਪਸੰਦ ਕਰੋਗੇ ਕਿ ਗੰਢ ਕੱਟਣੀ।
ਇਹ ਜੀਵਨ ਜਿਉਣ ਦੀਆਂ ਦੋ ਜੁਗਤਾਂ ਹਨ। ਜਦੋਂ ਮਾਂ ਦਾ ਪਿਆਰ ਭੁੱਲ ਜਾਓਗੇ, ਉਦੋਂ ਤੱਕ ਤੁਸੀਂ ਕੰਗਾਲ ਹੋ ਚੁੱਕੇ ਹੋਵੋਗੇ। ਜਿਹੜਾ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੋਵੇ, ਉਹੀ ਸਾਡੇ ਕਦੇ ਕਦਾਈ ਮੁਸਕਰਾਉਣ 'ਤੇ ਪੁੱਛ ਸਕਦਾ ਹੈ ਕਿ ਉਦਾਸ ਕਿਉਂ ਹੋ। ਅਸੀਂ ਆਸ ਕਰਦੇ ਹਾਂ ਕਿ ਦੂਜੇ ਸਾਡੇ ਨਾਲ ਅਜਿਹਾ ਵਿਹਾਰ ਕਰਨ ਜਿਸ ਤੋਂ ਸਾਬਤ ਹੋਵੇ ਕਿ ਅਸੀਂ ਮਹੱਤਵਪੂਰਨ ਹਾਂ। ਇਸ ਨਾਲੋਂ ਬਿਹਤਰ ਢੰਗ ਇਹ ਹੈ ਕਿ ਦੂਜਾ ਜਿਹੋ ਜਿਹਾ ਮਰਜ਼ੀ ਵਿਹਾਰ ਕਰੇ, ਸਾਨੂੰ ਇੱਕ ਮਹੱਤਵਪੂਰਨ ਵਿਅਕਤੀ ਵਾਂਗ ਵਿਹਾਰ ਕਰਨਾ ਚਾਹੀਦਾ ਹੈ। ਅਸੀਂ ਸਰੀਰਕ ਸਫਾਈ ਵੱਲ ਧਿਆਨ ਦਿੰਦੇ ਹਾਂ, ਪਰ ਆਲੇ ਦੁਆਲੇ ਨੂੰ ਸਰੀਰ ਤੋਂ ਬਾਹਰ ਸਮਝ ਕੇ ਆਲੇ ਦੁਆਲੇ ਦੀ ਸਫਾਈ ਵੱਲ ਧਿਆਨ ਨਹੀਂ ਦਿੰਦੇ। ਯੂਰਪ ਵਿੱਚ ਆਲਾ ਦੁਆਲਾ ਸਰੀਰ ਦਾ ਭਾਗ ਸਮਝਿਆ ਜਾਂਦਾ ਹੈ, ਜਿਸ ਕਾਰਨ ਸਰੀਰ ਦੇ ਨਾਲ ਨਾਲ ਆਲਾ ਦੁਆਲਾ ਵੀ ਸਾਫ਼ ਰੱਖਿਆ ਜਾਂਦਾ ਹੈ। ਫਿਲਾਸਫਰ ਸਮੁੱਚੀ ਮਾਨਵ ਜਾਤੀ ਦੀਆਂ ਸਮੱਸਿਆਵਾਂ ਨੂੰ ਆਪਣੀਆਂ ਸਮੱਸਿਆਵਾਂ ਬਣਾ ਕੇ ਵਿਚਾਰਦਾ ਹੈ। ਉਸ ਦੀ ਚੇਤਨਾ ਦੇ ਕਲਾਵੇ ਵਿੱਚ ਸਾਰਾ ਸੰਸਾਰ, ਸਾਰੀ ਮਾਨਵ ਜਾਤੀ, ਸਾਰੇ ਜੀਵ, ਸਾਰੇ ਸਮੇਂ ਆ ਜਾਂਦੇ ਹਨ। ਉਹ ਬੜੀ ਉੱਚੀ ਪੱਧਰ 'ਤੇ ਵਿਚਰਦਾ ਹੈ, ਸੁਕਰਾਤ ਵਾਂਗ, ਬੁੱਧ ਅਤੇ ਨਾਨਕ ਵਾਂਗ। ਅਕੇਵਾਂ ਗਰੀਬੀ ਨਾਲੋਂ ਵੀ ਵੱਡੀ ਸਮੱਸਿਆ ਹੁੰਦੀ ਹੈ। ਯਾਤਰਾ ਦੌਰਾਨ ਸਾਡੀਆਂ ਗਿਆਨ ਇੰਦਰੀਆਂ ਓਵਰਟਾਈਮ ਕੰਮ ਕਰਦੀਆਂ ਹਨ। ਯੂਰਪ ਵਿੱਚ ਅਪਮਾਨ ਵੀ ਸਲੀਕੇ ਵਾਲੇ ਸ਼ਬਦਾਂ ਨਾਲ ਕੀਤਾ ਜਾਂਦਾ ਹੈ। ਇੰਗਲੈਂਡ ਵਿੱਚ ਕਿਹਾ ਜਾਂਦਾ ਹੈ, ਤੂੰ ਸ਼ਰੀਫ ਆਦਮੀ ਨਹੀਂ। ਇਟਲੀ ਵਿੱਚ ਤੂੰ ਝੂਠਾ ਹੈ। ਫਰਾਂਸ ਵਿੱਚ ਤੂੰ ਡਰਪੋਕ ਹੈ। ਜਰਮਨੀ ਵਿੱਚ ਤੂੰ ਬੇਵਕੂਫ ਹੈ। ਭਾਰਤ ਵਿੱਚ ਪੁਰਸ਼ ਦੇ ਅਪਮਾਨ ਲਈ ਸ਼ਬਦ ਨਹੀਂ ਵਰਤੇ ਜਾਂਦੇ, ਲੱਤਾਂ ਬਾਹਾਂ ਵਰਤੀਆਂ ਜਾਂਦੀਆਂ ਹਨ। ਪਿਆਰੇ ਦੇ ਵਿਛੋੜੇ ਵੇਲੇ ਲੱਗਦਾ ਹੈ ਕਿ ਮੇਰਾ ਇੱਕ ਘੰਟਾ ਵੀ ਨਹੀਂ ਗੁਜ਼ਰੇਗਾ। ਘੰਟੇ ਗੁਜ਼ਰ ਜਾਂਦੇ ਹਨ, ਦਿਨ, ਹਫ਼ਤੇ, ਮਹੀਨੇ, ਸਾਲ ਵੀ ਲੰਘ ਜਾਂਦੇ ਹਨ, ਪਰ ਮੁੱਢ ਵਿੱਚ ਇਵੇਂ ਹੀ ਲੱਗਦਾ ਹੈ ਕਿ ਇੱਕ ਘੰਟਾ ਵੀ ਨਹੀਂ ਗੁਜ਼ਰੇਗਾ। ਰਾਵਾਂ ਘੜੀ ਦੇ ਪੈਂਡੂਲਮ ਵਾਂਗ ਇੱਧਰ ਉੱਧਰ ਹੋ ਕੇ ਟਿਕ ਜਾਂਦੀਆਂ ਹਨ। ਪਿਆਰ ਦਾ ਸੁਨੇਹਾ ਜਿਤਨੀ ਯੋਗਤਾ ਨਾਲ ਗੁਲਾਬ ਦਿੰਦਾ ਹੈ, ਕੋਈ ਨਹੀਂ ਦਿੰਦਾ। ਪਹਿਲਾਂ ਹਰ ਦਿਨ ਦੀਆਂ ਲੋੜਾਂ ਸਨ, ਹੁਣ ਹਰ ਘੰਟੇ ਦੀਆਂ ਹੁੰਦੀਆਂ ਹਨ। ਜਿਹੜਾ ਵਿਸ਼ਵ ਦੇ ਸੰਦਰਭ ਵਿੱਚ ਸੋਚਦਾ ਹੈ, ਆਪਣੇ ਤੋਂ ਪਰੇ ਵੇਖਦਾ ਹੈ, ਉਸ ਦੀ ਚੇਤਨਾ ਦਾ ਪੱਧਰ ਉੱਚਾ ਹੋਣ ਕਰਕੇ ਉਸ ਕੋਲ ਜੀਵਨ ਦੀ ਤਸੱਲੀ ਵਧੇਰੇ ਹੁੰਦੀ ਹੈ। ਹਰ ਵਿਛੋੜੇ ਵਿੱਚ ਮੌਤ ਦੇ ਤੱਤ ਹੁੰਦੇ ਹਨ। ਹਰ ਮਿਲਣੀ ਵਿੱਚ ਮੁੜ ਜਿਉਂਦੇ ਹੋ ਜਾਣ ਦਾ ਅਹਿਸਾਸ ਹੁੰਦਾ ਹੈ। ਇਸੇ ਕਾਰਨ ਅਸੀਂ ਭੁੱਲੇ ਵਿਸਰਿਆਂ ਨੂੰ ਮਿਲਣ 'ਤੇ ਪ੍ਰਸੰਨ ਹੁੰਦੇ ਹਾਂ, ਕਿਉਂਕਿ ਅਸੀਂ ਮੁੜ ਜਿਉਂਦੇ ਹੋ ਜਾਂਦੇ ਹਾਂ। ਅਸੀਂ ਉਸ ਫੋਟੋਗ੍ਰਾਫਰ ਨੂੰ ਪਸੰਦ ਕਰਦੇ ਹਾਂ ਜਿਹੜਾ ਸਾਡੀ ਅਸਲ ਨਾਲੋਂ ਸੋਹਣੀ ਫੋਟੋ ਖਿੱਚੇ। ਹਾਰ ਸ਼ਿੰਗਾਰ ਵੀ ਅਸਲ ਨਾਲੋਂ ਵਧੇਰੇ ਸੋਹਣੇ ਲੱਗਣ ਲਈ ਕੀਤਾ ਜਾਂਦਾ ਹੈ। ਦਾਦੇ ਪੋਤੇ ਦਾ ਸਾਥ ਦੋਹਾਂ ਨੂੰ ਪ੍ਰਸੰਨ ਕਰਦਾ ਹੈ, ਕਿਉਂਕਿ ਦੋਹਾਂ ਨੂੰ ਕਿਸੇ ਉਚੇਚ ਜਾਂ ਤਿਆਰੀ ਦੀ ਲੋੜ ਨਹੀਂ ਪੈਂਦੀ। ਲੋਕ ਤੁਹਾਨੂੰ ਆਪਣੇ ਨਾਲੋਂ ਲੰਮਾ ਤਾਂ ਪ੍ਰਵਾਨ ਕਰ ਲੈਣਗੇ, ਪਰ ਉੱਚਾ ਉਹ ਆਪਣੇ ਆਪ ਨੂੰ ਹੀ ਸਮਝਣਗੇ। ਬਹੁਤੀਆਂ ਇਸਤਰੀਆਂ ਕੋਲ ਮਮਤਾ ਅਤੇ ਮੁਸਕਰਾਹਟ ਦੀ ਹੀ ਪੂੰਜੀ ਹੁੰਦੀ ਹੈ, ਜਿਸ ਨਾਲ ਉਹ ਜ਼ਿੰਦਗੀ ਦਾ ਕਾਰੋਬਾਰ ਚਲਾਉਂਦੀਆਂ ਹਨ। ਹਰ ਕੋਈ ਉਸ ਕਿਸੇ ਦਾ ਸਾਥ ਮਾਣਦਾ ਹੈ ਜਿਸ ਵਿੱਚ ਉਚੇਚ ਨਾ ਹੋਵੇ। ਸਹੇਲੀਆਂ, ਦੋਸਤ, ਭੈਣ ਭਰਾ ਇਸੇ ਲਈ ਚੰਗੇ ਲੱਗਦੇ ਹਨ ਕਿਉਂਕਿ ਹਰ ਕੋਈ ਸੁਭਾਵਕ ਹੁੰਦਾ ਹੈ। ਰਿਸ਼ਤੇਦਾਰਾਂ ਨਾਲ ਵਿਚਰਦਿਆਂ ਉਚੇਚ ਕਰਨਾ ਪੈਂਦਾ ਹੈ, ਸੋ ਇਹ ਸਭ ਸਾਥ ਨਿਭਾਇਆ ਜ਼ਰੂਰ ਜਾਂਦਾ ਹੈ, ਮਾਣਿਆ ਨਹੀਂ ਜਾਂਦਾ। ਕਿਸੇ ਦਾ ਖਤ ਪੜ੍ਹ ਕੇ ਉਸ ਬਾਰੇ ਰਾਏ ਉਸਾਰਨੀ ਸੌਖੀ ਹੋ ਜਾਂਦੀ ਹੈ। ਕਿਸੇ ਨੂੰ ਪੂਰਾ ਪਤਾ ਨਹੀਂ ਹੁੰਦਾ ਕਿ ਉਸ ਵਿੱਚ ਕੁਝ ਕਰਨ ਅਤੇ ਤਕਲੀਫ਼ ਸਹਿਣ ਦੀ ਕਿਤਨੀ ਸਮਰੱਥਾ ਹੈ। ਜਦੋਂ ਕੋਈ ਸੰਕਟ ਉਪਜਦਾ ਹੈ ਤਾਂ ਇਹ ਦੋਵੇਂ ਯੋਗਤਾਵਾਂ ਜਾਗ ਪੈਂਦੀਆਂ ਹਨ ਅਤੇ ਆਪਣੀ ਸਮਰੱਥਾ ਬਾਰੇ ਹੈਰਾਨੀ ਹੁੰਦੀ ਹੈ। ਡਾਕਟਰ ਮਾਨਵ ਜਾਤੀ ਦੇ ਰੋਗਾਂ ਤੋਂ, ਪੁਲਿਸ ਅਤੇ ਵਕੀਲ ਮਾਨਵ ਜਾਤੀ ਦੀਆਂ ਬੇਈਮਾਨੀਆਂ, ਠੱਗੀਆਂ ਠੋਰੀਆਂ ਤੋਂ, ਭਾਈ ਪੁਰੋਹਿਤ ਸਾਰੇ ਪਾਪਾਂ ਤੋਂ ਜਾਣੂ ਹੁੰਦੇ ਹਨ। ਮਨੁੱਖ ਬਾਰੇ ਚੰਗੇ ਪੱਖਾਂ ਤੋਂ ਪਤਾ ਨਹੀਂ ਕੌਣ ਜਾਣੂ ਹੁੰਦੇ ਹਨ। ਕਿਸੇ ਪ੍ਰਤੀ ਨਫ਼ਰਤ ਸਾਨੂੰ ਉਸ ਦਾ ਸਹੀ ਮੁਲਾਂਕਣ ਨਹੀਂ ਕਰਨ ਦਿੰਦੀ।
ਜੇ ਮਨੁੱਖ ਵਿੱਚ ਆਸ ਉਮੀਦ ਦੀ ਯੋਗਤਾ ਨਾ ਹੁੰਦੀ ਤਾਂ ਉਸਨੇ ਹਰ ਵੇਲੇ ਡਰੇ ਉਖੜੇ ਰਹਿਣਾ ਸੀ। ਸਬਰ ਦਾ ਅਰਥ ਉਡੀਕ ਨਹੀਂ ਹੁੰਦਾ, ਇਹ ਬਿਨਾਂ ਸ਼ਿਕਾਇਤ ਕੀਤੇ ਦੁੱਖ ਨੂੰ ਬਰਦਾਸ਼ਤ ਕਰਨਾ ਹੁੰਦਾ ਹੈ। ਜਿੱਦ ਅਕਲ ਦੀ ਘਾਟ ਵਿੱਚੋਂ ਉਪਜਦੀ ਹੈ, ਇਹ ਦ੍ਰਿੜਤਾ ਨਹੀਂ ਹੁੰਦੀ, ਮੂਰਖਤਾ ਹੁੰਦੀ ਹੈ। ਅਕਲ ਮਨੁੱਖ ਨੂੰ ਜਿੱਦੀ ਨਹੀਂ ਰਹਿਣ ਦਿੰਦੀ, ਲਚਕਦਾਰ ਬਣਾ ਦਿੰਦੀ ਹੈ। ਵੱਡਿਆਂ ਸਾਹਮਣੇ ਅਸੀਂ ਆਪਣੀਆਂ ਪ੍ਰਾਪਤੀਆਂ ਦਾ ਐਲਾਨ ਇਸ ਲਈ ਉਛਲ ਕੇ ਨਹੀਂ ਕਰਦੇ ਕਿਉਂਕਿ ਭਾਵੇਂ ਸਾਡੀ ਪ੍ਰਾਪਤੀ ਮਾਣਯੋਗ ਹੁੰਦੀ ਹੈ, ਪਰ ਦੋਹਾਂ ਨੇ ਸਾਡੀ ਪ੍ਰਾਪਤੀ ਨਾਲੋਂ ਵਡੇਰੀਆਂ ਪ੍ਰਾਪਤੀਆਂ ਕੀਤੀਆਂ ਹੁੰਦੀਆਂ ਹਨ। ਰੱਸਾਕਸ਼ੀ 20ਵੀਂ ਸਦੀ ਦੇ ਪਹਿਲੇ 20 ਸਾਲ ਓਲੰਪਿਕਸ ਦੀ ਖੇਡ ਸੀ। ਸ਼ਾਇਦ ਜੀਵਨ ਦੇ ਹਰ ਖੇਤਰ ਅਤੇ ਪਤੀ ਪਤਨੀ ਵਿਚਕਾਰ ਰੱਸਾਕਸ਼ੀ ਦੇ ਵਧਣ ਨਾਲ ਇਸ ਨੂੰ ਖੇਡ ਬਣਾਈ ਰੱਖਣਾ ਵਾਜਬ ਨਹੀਂ ਸਮਝਿਆ ਗਿਆ। ਹਰ ਜੀਵ ਦੀ ਸੂਝ-ਬੂਝ ਉਸ ਦੇ ਆਲੇ ਦੁਆਲੇ ਦੀ ਦੇਣ ਹੁੰਦੀ ਹੈ। ਹਾਥੀ ਚਿੱਕੜ ਵਿੱਚ ਆਪਣੀ ਸੁੰਡ ਨਾਲ ਆਪਣੇ ਸਰੀਰ ਤੇ ਚਿੱਕੜ ਮਲ ਕੇ ਸਰਦੀ ਗਰਮੀ ਤੋਂ ਬਚਣ ਦਾ ਉਪਰਾਲਾ ਕਰਦਾ ਹੈ। ਪਹਾੜਾਂ ਦੇ ਗਰੀਬ ਲੋਕ ਆਪਣੇ ਬੱਚਿਆਂ ਦੇ ਨਾਂ ਅਕਸਰ ਅਮੀਰ ਚੰਦ, ਵਜ਼ੀਰ ਚੰਦ, ਰਾਜਾ ਰਾਮ, ਸੁਖ ਰਾਮ ਆਦਿ ਰੱਖ ਕੇ ਮਨ ਨੂੰ ਤਸੱਲੀ ਦਿੰਦੇ ਹਨ। ਵਿਆਹ ਨਾਲ ਅਧਿਕਾਰ ਅੱਧੇ ਅਤੇ ਕਰਤੱਵ ਦੁੱਗਣੇ, ਸੁੱਖ ਤਿੱਗਣੇ ਅਤੇ ਖਰਚੇ ਚੌਗਣੇ ਹੋ ਜਾਂਦੇ ਹਨ। ਜੇ ਇੱਕ ਨਾਲ 100 ਸਿਫਰਾਂ ਲਾਈਆਂ ਜਾਣ ਤਾਂ ਇੱਕ ਗੂਗਲ ਬਣਦਾ ਹੈ। ਕੰਪਿਊਟਰ ਵਾਲੇ ਗੂਗਲ ਨੇ ਆਪਣਾ ਨਾਂ ਇਸ ਤੋਂ ਅਪਣਾਇਆ ਹੈ। ਪੰਜਾਬ ਵਿੱਚ ਅਕਬਰ ਤੋਂ ਰਣਜੀਤ ਸਿੰਘ ਤੱਕ ਕਿਸੇ ਨੇ ਕੋਈ ਵਿਦਿਅਕ ਸੰਸਥਾ ਨਹੀਂ ਖੋਲ੍ਹੀ। ਉਹ ਫੌਜੀ ਮੁਹਿੰਮਾਂ ਵਿੱਚ ਰੁੱਝੇ ਰਹੇ ਸਨ। ਵਿੱਦਿਆ ਦਾ ਮਹੱਤਵ ਅੰਗਰੇਜ਼ ਜਾਣਦੇ ਸਨ। ਉਹਨਾਂ ਨੇ ਹੀ ਭਾਰਤ ਵਿੱਚ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਸਥਾਪਿਤ ਕੀਤੀਆਂ। ਜਿਸ ਕੋਲ ਤਰਕ ਹੋਵੇਗਾ ਉਸ ਕੋਲ ਆਪਣੀ ਮਰਜ਼ੀ ਵੀ ਹੋਵੇਗੀ। ਮਰਜ਼ੀ ਨਾਲ ਪ੍ਰਯੋਗ ਦੀ ਬਿਰਤੀ ਵੀ ਜਾਗੇਗੀ। ਪ੍ਰਯੋਗ ਨਾਲ ਵਿਕਾਸ ਵਾਪਰੇਗਾ। ਵਿਕਾਸ ਨਾਲ ਖੁਸ਼ਹਾਲੀ ਆਵੇਗੀ। ਮਿਹਨਤ ਕਰਦਿਆਂ ਅਸੀਂ ਆਪਣਾ ਨਿਰਮਾਣ ਵੀ ਕਰ ਰਹੇ ਹੁੰਦੇ ਹਾਂ। ਜਦੋਂ ਕੋਈ ਵਿਅਕਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੁੰਦਾ ਹੈ ਤਾਂ ਸਾਰੇ ਮੁਖੌਟੇ ਅਤੇ ਹਾਰ ਸ਼ਿੰਗਾਰ ਲੋਪ ਹੋ ਜਾਂਦੇ ਹਨ ਕਿਉਂਕਿ ਇਹਨਾਂ ਵੱਲ ਧਿਆਨ ਹੀ ਨਹੀਂ ਜਾਂਦਾ। ਜ਼ਿੰਦਗੀ ਦੇ ਅਰਥ ਕੀ ਹਨ? ਕੋਈ ਜਵਾਬ ਨਹੀਂ ਦਿੱਤਾ ਜਾ ਸਕਦਾ। ਮੌਤ ਅਜਿਹਾ ਜਵਾਬ ਹੈ ਜਿਸ ਅੱਗੇ ਕੋਈ ਪ੍ਰਸ਼ਨ ਨਹੀਂ ਕੀਤਾ ਜਾ ਸਕਦਾ। ਇਹ ਸੰਭਵ ਨਹੀਂ ਕਿ ਸੋਚ ਕਮਜ਼ੋਰ ਹੋਵੇ ਅਤੇ ਇਰਾਦਾ ਦ੍ਰਿੜ ਹੋਵੇ। ਆਸ ਦਿਲ ਦਾ ਖੇਤਰ ਹੈ। ਆਸ ਕਰਨਾ ਦਿਲ ਦੀ ਆਦਤ ਹੈ। ਆਸ ਅਕਸਰ ਝੂਠੀ ਸਾਬਤ ਹੁੰਦੀ ਹੈ ਪਰ ਦਿਲ ਆਸ ਕਰਨੀ ਛੱਡਦਾ ਨਹੀਂ। ਲੋਟਰੀ ਦੀ ਟਿਕਟ ਖਰੀਦ ਕੇ ਦਿਲ ਪਹਿਲਾਂ ਇਨਾਮ ਜਿੱਤਣ ਦੀ ਆਸ ਲਾਉਂਦਾ ਹੈ। ਜ਼ਿੰਦਗੀ ਦੀਆਂ ਵਰਤਮਾਨ ਸਮੱਸਿਆਵਾਂ ਹੱਲ ਕਰਨ ਦੀ ਜਦੋਂ ਸਮਝ ਮਿਲਦੀ ਹੈ ਉਸ ਸਮੇਂ ਅਸੀਂ ਨਵੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੁੰਦੇ ਹਾਂ। ਅਧਖੜ ਉਮਰ ਵਿੱਚ ਜਦੋਂ ਸ਼ੀਸ਼ੇ ਵਿੱਚ ਵੇਖੋਗੇ ਕੰਨ ਵਿੱਚ ਕੋਈ ਕਹੇਗਾ, ਜਿਹੜਾ ਦਿਸ ਰਿਹਾ ਹੈ ਉਹ ਤੁਸੀਂ ਹੀ ਹੋ। ਕਈ ਆਪਣੀ ਯਾਦ ਸ਼ਕਤੀ ਦੇ ਕਮਜ਼ੋਰ ਹੋਣ ਦੀ ਸ਼ਿਕਾਇਤ ਕਰਦੇ ਹਨ ਪਰ ਕਿਸੇ ਨੂੰ ਭੰਡਣ ਵੇਲੇ ਸਭ ਪ੍ਰਕਾਰ ਦੇ ਪੁਰਾਣੇ ਵੇਰਵੇ ਦੁਹਰਾ ਕੇ ਸਾਬਤ ਕਰਦੇ ਹਨ ਕਿ ਯਾਦ ਸ਼ਕਤੀ ਕਮਜ਼ੋਰ ਨਹੀਂ ਹੋਈ, ਪਹਿਲਾਂ ਨਾਲੋਂ ਤਿੱਖੀ ਹੋ ਗਈ ਹੈ। ਬਚਾਓ ਦਾ ਸਭ ਤੋਂ ਵੱਡਾ ਸੰਦ ਆਪਣੀ ਅਕਲ ਹੁੰਦਾ ਹੈ ਪਰ ਇਸ ਸੰਦ ਦਾ ਲਾਭ ਇਸ ਨੂੰ ਸਿਆਣਪ ਨਾਲ ਵਰਤਣ 'ਤੇ ਨਿਰਭਰ ਕਰਦਾ ਹੈ। ਲੇਖਕ ਨੇ ਪੁਸਤਕ ਹੀ ਨਹੀਂ ਲਿਖਣੀ ਹੁੰਦੀ, ਆਪਣੀ ਸੋਚ ਨਾਲ, ਸਮਾਜਿਕ ਸੂਝ-ਬੂਝ ਅਤੇ ਕਲਪਨਾ ਨਾਲ ਪਾਠਕਾਂ ਨੂੰ ਪ੍ਰਭਾਵਿਤ ਵੀ ਕਰਨਾ ਹੁੰਦਾ ਹੈ ਤਾਂ ਕਿ ਉਹਨਾਂ ਦਾ ਅਨੁਭਵ ਅਮੀਰ ਹੋਵੇ। ਜੇ ਲੇਖਕ ਆਪਣੇ ਸਹੀ ਹੋਣ ਦੀ ਜਿੱਦ ਕਰਦਾ ਰਹੇਗਾ ਉਸ ਵੱਲ ਕੋਈ ਧਿਆਨ ਨਹੀਂ ਦੇਵੇਗਾ। ਨਵੇਂ ਗਿਆਨ ਨਾਲ ਬੁੱਧੀ ਚੁਸਤ ਰਹਿੰਦੀ ਹੈ ਅਤੇ ਸਰੀਰ ਕਾਰਜਸ਼ੀਲ ਰਹਿੰਦਾ ਹੈ। ਨਵੇਂ ਗਿਆਨ ਅਤੇ ਨਵੇਂ ਅਨੁਭਵਾਂ ਨੂੰ ਪ੍ਰਾਪਤ ਕਰਨ ਦੇ ਪੱਕੇ ਢੰਗ ਹਨ। ਨਵੇਂ ਲੋਕਾਂ ਨੂੰ ਮਿਲੋ, ਨਵੀਆਂ ਥਾਵਾਂ 'ਤੇ ਜਾਓ। ਜਿਹੜਾ ਕਿਸੇ ਮਨੁੱਖ ਦੀ ਸੰਕਟ ਵਿਚਲੀ ਉਸ ਦੇ ਮਨ ਦੀ ਹਾਲਤ ਬਿਆਨ ਕਰ ਸਕੇ ਉਹ ਲੇਖਕ ਬਣ ਜਾਂਦਾ ਹੈ। ਕਿਰਾਇਆ ਉਗਰਾਹੁਣ ਲਈ ਬਣਾਈਆਂ ਇਮਾਰਤਾਂ ਸੋਹਣੀਆਂ ਨਹੀਂ ਹੁੰਦੀਆਂ। ਕਲਾਕਾਰ ਲਈ ਨਿੱਕਾ ਜਿਹਾ ਖਲਲ ਉਸਦਾ ਸਾਰਾ ਦਿਨ ਖਰਾਬ ਕਰ ਦਿੰਦਾ ਹੈ। ਕੱਟੜ ਧਾਰਮਿਕ ਆਗੂ ਮਾਫੀਏ ਵਾਂਗ ਵਿਹਾਰ ਕਰਨ ਲੱਗ ਪਏ ਹਨ। ਮਾਫੀਏ ਵਿੱਚ ਤੁਸੀਂ ਪ੍ਰਵੇਸ਼ ਹੀ ਕਰ ਸਕਦੇ ਹੋ, ਨਿਕਲ ਨਹੀਂ ਸਕਦੇ। ਛੱਡਣ ਦਾ ਯਤਨ ਕਰੋਗੇ, ਵਿਉਂਤ ਨਾਲ ਮਾਰ ਦਿੱਤੇ ਜਾਵੋਗੇ।
ਕਵੀ ਅਤੇ ਕਲਾਕਾਰ ਕੋਲ ਕਲਪਨਾ ਦੀ ਹੀ ਅਮੀਰੀ ਹੁੰਦੀ ਹੈ। ਪਦਾਰਥਕ ਪੱਖੋਂ ਇਹ ਅਕਸਰ ਤੰਗ ਹੀ ਹੁੰਦੇ ਹਨ। ਬੋਲਾ ਬੰਦਾ ਆਵਾਜ਼ਾਂ ਨਹੀਂ ਸੁਣ ਸਕਦਾ, ਪਰ ਨੈਣ ਨਕਸ਼ਾਂ, ਹਾਵਾਂ ਭਾਵਾਂ ਅਤੇ ਆਲੇ ਦੁਆਲੇ ਨੂੰ ਸਮਝ ਅਤੇ ਭਾਂਪ ਸਕਦਾ ਹੈ। ਕੁਦਰਤ ਦੀਆਂ ਆਵਾਜ਼ਾਂ ਸੁੱਖ ਦਿੰਦੀਆਂ ਹਨ। ਦਰਿਆ ਦੀ ਆਵਾਜ਼, ਝਰਨੇ ਦੀ ਆਵਾਜ਼, ਪੰਛੀਆਂ ਦੀਆਂ ਆਵਾਜ਼ਾਂ ਸੁਖਦਾਈ ਹੁੰਦੀਆਂ ਹਨ। ਇਹਨਾਂ ਦਾ ਸਾਡੇ ਮਨ ਨਾਲ ਤਾਲਮੇਲ ਆਪ ਮੁਹਾਰੇ ਉਸਰ ਪੈਂਦਾ ਹੈ। ਕਲਾਕਾਰਾਂ ਨੂੰ ਪਤਨੀਆਂ ਦੀ ਡਾਢੀ ਲੋੜ ਹੁੰਦੀ ਹੈ। ਜੇ ਪਤਨੀਆਂ ਦੀ ਮਿਹਰ ਨਾ ਹੋਵੇ ਤਾਂ ਕਲਾਕਾਰ ਦਿਨ ਭਰ ਦੀਆਂ ਸਰੀਰਕ ਲੋੜਾਂ ਪੂਰੀਆਂ ਕਰਨ ਵਿੱਚ ਹੀ ਥੱਕ ਜਾਂਦੇ ਹਨ ਅਤੇ ਉਹ ਕਲਾਕਾਰ ਨਹੀਂ, ਮਿਸਤਰੀ ਬਣ ਕੇ ਰਹਿ ਜਾਂਦੇ ਹਨ। ਰਿਸ਼ਤਾ ਮੁੱਕਣ ਉਪਰੰਤ ਜੇ ਪ੍ਰੇਮੀ ਪ੍ਰੇਮਿਕਾ ਦੇ ਨੇੜਿਓਂ ਲੰਘੇ ਅਤੇ ਪ੍ਰੇਮਿਕਾ ਵੇਖੇ ਨਾ ਤਾਂ ਪ੍ਰੇਮੀ ਲਈ ਅਜਿਹਾ ਬਰਦਾਸ਼ਤ ਕਰਨਾ ਮੁਸ਼ਕਿਲ ਹੁੰਦਾ ਹੈ। ਨਫ਼ਰਤ ਸਹਿਣੀ ਸੌਖੀ ਹੁੰਦੀ ਹੈ, ਪਰ ਨਜ਼ਰਅੰਦਾਜ਼ ਕੀਤੇ ਜਾਣਾ ਬੜਾ ਦੁਖਦਾਈ ਹੁੰਦਾ ਹੈ। ਵਿਕਲਾਂਗਤਾ ਨੂੰ ਕਿਸੇ ਵੱਡੇ ਗੁਣ ਨਾਲ ਨਹੀਂ ਪ੍ਰਵਾਨ ਕਰਵਾਇਆ ਜਾ ਸਕਦਾ। ਵਿਕਲਾਂਗਤਾ ਨੂੰ ਕਿਸੇ ਵੱਡੇ ਗੁਣ ਨਾਲ ਹੀ ਪ੍ਰਵਾਨ ਕਰਵਾਇਆ ਜਾ ਸਕਦਾ ਹੈ। ਕਲਾਕਾਰਾਂ ਵਿੱਚ ਆਪਣੀ ਕਿਸਮ ਦੀ ਜਾਤ ਪ੍ਰਣਾਲੀ ਹੁੰਦੀ ਹੈ। ਇਹ ਮੈਕਾਲੇ ਦੀ ਵਿਦਿਆ ਨੀਤੀ ਦਾ ਕਮਾਲ ਸੀ ਕਿ ਭਾਰਤੀ ਅਧਿਆਪਕ ਅਤੇ ਵਿਦਿਆਰਥੀ ਅੰਗਰੇਜ਼ਾਂ ਨਾਲੋਂ ਵੀ ਵਧੇਰੇ ਵਫ਼ਾਦਾਰ ਹਨ। ਵਿਚਾਰ ਦੀ ਅਮੀਰੀ ਅਤੇ ਚੰਗੇ ਵਿਹਾਰ ਦੀ ਸ਼ਕਤੀ ਸੰਖੇਪਤਾ ਸਿਰਜਦੀ ਹੈ। ਵਿਕਲਾਂਗ ਨੂੰ ਜਿੰਨਾ ਮਾਨਸਿਕ ਦਰਦਾਂ ਵਿੱਚੋਂ ਲੰਘਣਾ ਪੈਂਦਾ ਹੈ, ਉਹ ਚੁੱਪ ਰਹਿ ਕੇ ਹੀ ਸਹਿਣ ਕੀਤੇ ਜਾ ਸਕਦੇ ਹਨ। ਸੱਚ ਪਰਦਿਆਂ, ਬੁਰਕਿਆਂ, ਦੁਸ਼ਾਲਿਆਂ, ਫੁੰਮਣਾਂ ਤੋਂ ਬਿਨਾਂ ਵੀ ਜੱਚਦਾ ਹੈ। ਉੱਚੀਆਂ ਸੋਚਾਂ ਵਿਦਾ ਹੋ ਗਈਆਂ ਹਨ, ਵਸੀਲੇ ਆਧੁਨਿਕ ਹਨ, ਪਰ ਇਹਨਾਂ ਨੂੰ ਵਰਤਣ ਵਾਲੇ ਬੌਧਿਕ ਪੱਖੋਂ ਪਛੜੇ ਹੋਏ ਹਨ, ਜਿਸ ਕਾਰਨ ਸਭ ਕੁਝ ਖਰੀਦਣ ਵੇਚਣ ਵਾਲਾ ਸਮਾਨ ਬਣ ਗਿਆ ਹੈ। ਇੰਗਲੈਂਡ ਦੀ ਭਾਸ਼ਾ ਵਿਸ਼ਵ ਭਾਸ਼ਾ ਬਣਦੀ, ਫੈਲਦੀ ਅਤੇ ਅਪਣਾਈ ਜਾ ਰਹੀ ਹੈ, ਪਰ ਇੰਗਲੈਂਡ ਸੁੰਗੜਦਾ ਜਾ ਰਿਹਾ ਹੈ। ਅਨੁਵਾਦ ਵਿੱਚ ਵਿਚਾਰ ਨੂੰ ਢਾਲ ਕੇ ਮੁੜ ਉਸਾਰਨਾ ਪੈਂਦਾ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।